ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਰਾਖੋ ਆਪਣੀ ਸ਼ਰਨ ਪ੍ਰਭ। ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੂ। ਨੀਚ ਮੂਰਖਾਰੇ, ਮਾਣ ਕਰੋ ਤੁਧ ਊਪਰੇ। ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣ ਹਾਰੇ। ਹੁਣ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਜਿਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦਾਸ ਨੇ ਆਪ ਸੰਗਤ ਦੇ ਨਾਲ ਸਾਂਝੀ ਕਰਨੀ ਹੈ। ਅੱਜ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 30 ਤੇ ਸੁਭਾਏਮਾਨ ਹੈ। ਆਓ ਸਾਧ ਸੰਗਤ ਪਿਆਰ ਦੇ ਨਾਲ ਰਲ ਮਿਲ ਕੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕੀ ਉਪਦੇਸ਼, ਕੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਰਾਗ ਮਹੱਲਾ ਤੀਜਾ। ਸਾਧ ਸੰਗਤ ਸ਼੍ਰੀ ਰਾਗ ਹੈ, ਮਹੱਲਾ ਤੀਜਾ। ਇਹ ਜੋ ਪਾਵਨ ਪਵਿੱਤਰ ਸ਼ਬਦ ਹੈ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਆਰੰਭਲੀ ਤੁਕ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ। ਬੜੇ ਪਿਆਰੇ ਬਚਨ ਕੀਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ। ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ, ਸ਼ਬਦ ਦੀ ਪਹਿਲੀ ਤੁਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ, ਉਹਦੀ ਭਗਤੀ ਕਰੋ, ਉਹਦੀ ਬੰਦਗੀ ਕਰੋ। ਜਿਹੜਾ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ, ਉਸ ਪਰਮਾਤਮਾ ਦੀ ਵਡਿਆਈ ਕਰਦਾ ਹੈ, ਉਸ ਰੱਬ ਦੇ ਘਰ ਵਿੱਚੋਂ, ਉਸ ਪਰਮਾਤਮਾ ਦੇ ਘਰ ਦੇ ਵਿੱਚੋਂ ਉਹਨੂੰ ਪੱਤ ਮਿਲਦੀ ਹੈ, ਉਹਨੂੰ ਇੱਜ਼ਤ ਮਿਲਦੀ ਹੈ, ਉਹਨੂੰ ਵਡਿਆਈ ਮਿਲਦੀ ਹੈ। ਸਾਧ ਸੰਗਤ ਇੱਕ ਵਾਰੀ ਫਿਰ ਸਰਵਣ ਕਰਿਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਸਦਾ ਥਿਰ ਰਹਿਣ ਵਾਲਾ ਪਰਮਾਤਮਾ, ਭਾਈ ਉਹਦੀ ਵਡਿਆਈ ਕਰੋ, ਉਹਦੀ ਭਗਤੀ ਕਰੋ, ਉਹਦੀ ਬੰਦਗੀ ਕਰੋ। ਤੇ ਜਿਹੜਾ ਉਹਦੀ ਵਡਿਆਈ ਕਰਦਾ ਹੈ, ਉਹਦੀ ਭਗਤੀ ਕਰਦਾ ਹੈ, ਉਹਦੀ ਬੰਦਗੀ ਕਰਦਾ ਹੈ,
ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਘਰ ਵਿੱਚੋਂ, ਪਰਮਾਤਮਾ ਦੇ ਘਰ ਵਿੱਚੋਂ ਉਹਨੂੰ ਇੱਜ਼ਤ ਮਿਲਦੀ ਹੈ, ਉਹਨੂੰ ਮਾਣ ਮਿਲਦਾ ਹੈ, ਉਹਨੂੰ ਵਡਿਆਈ ਮਿਲਦੀ ਹੈ। ਸਭ ਤੋਂ ਪਹਿਲੀ ਗੱਲ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀ, ਉਹ ਜਿਹੜਾ ਪਰਮਾਤਮਾ ਹੈ, ਉਹ ਜਿਹੜਾ ਵਾਹਿਗੁਰੂ ਹੈ, ਉਹ ਸਦਾ ਥਿਰ ਰਹਿਣ ਵਾਲਾ ਹੈ, ਭਾਵ ਉਹ ਕਦੀ ਮਰਦਾ ਨਹੀਂ। ਸਾਧ ਸੰਗਤ, ਆਪਾਂ ਮੂਲ ਮੰਤਰ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਮੂਲ ਮੰਤਰ ਦੇ ਵਿੱਚ ਸਾਡੇ ਤੇ ਕਿਰਪਾ ਕਰਦੇ ਨੇ, ਸ਼ਲੋਕ ਦੇ ਵਿੱਚ ਸਾਡੇ ਤੇ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਉਹ ਪਰਮਾਤਮਾ ਪਹਿਲਾਂ ਵੀ ਸੱਚ ਸੀ, ਉਹ ਪਰਮਾਤਮਾ ਅੱਜ ਵੀ ਸੱਚ ਹੈ, ਤੇ ਉਹ ਪਰਮਾਤਮਾ ਨੇ ਅੱਗੇ ਵੀ, ਭਾਵ ਸਦੀਮ ਵੀ ਸੱਚ ਹੀ ਰਹਿਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ। ਦੋ ਬਚਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ, ਜਿਹਦੇ ਵਿੱਚ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਹੇ ਭਾਈ, ਉਹ ਪਰਮਾਤਮਾ ਸਦੀਵ ਹੈ, ਉਹ ਪਰਮਾਤਮਾ ਨੇ ਸਦਾ ਇਸ ਸੰਸਾਰ ਦੇ ਵਿੱਚ ਰਹਿਣਾ ਹੈ, ਉਹ ਪਰਮਾਤਮਾ ਕਦੀ ਮਰਦਾ ਨਹੀਂ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ। ਮਹਾਰਾਜ ਨੇ ਕਿਰਪਾ ਕੀਤੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਪਰਮਾਤਮਾ ਸਦਾ ਹੈ, ਪਰਮਾਤਮਾ ਆਉਂਦਾ ਜਾਂਦਾ ਨਹੀਂ, ਪਰਮਾਤਮਾ ਕਦੇ ਮਰਦਾ ਨਹੀਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਸਾਹਿਬ ਮੇਰਾ ਸਦਾ ਹੈ, ਦੀਸੇ ਸ਼ਬਦ ਕਮਾਹੇ, ਉਹ ਹਾਣੀ ਕਦੇ ਨਾਹੇ, ਨਾ ਆਵੇ ਨਾ ਜਾਏ, ਅਵਰ ਦੂਜਾ ਕਿਉ ਸੇਵੀਐ, ਜੰਮੇ ਤੈ ਮਰ ਜਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਸਦੀਵੀ ਹੈ, ਸਦਾ ਹੈ, ਉਹ ਕਦੀ ਮਰਦਾ ਨਹੀਂ। ਸਾਧ ਸੰਗਤ, ਇੱਕ ਮੈਂ ਛੋਟੀ ਜੀ ਬੇਨਤੀ ਕਰਨ ਲੱਗਾ। ਕਹਿੰਦੇ ਇੱਕ ਵਾਰੀ ਕੀ ਹੋਇਆ, ਇੱਕ ਭੈਣ ਇੱਕ ਬਾਬੇ ਦੇ ਕੋਲ ਗਈ, ਜਾ ਕੇ ਬਾਬੇ ਨੂੰ ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਹੁਣ ਬਾਬਾ ਕਹਿੰਦਾ ਧੀਏ ਪਹਿਲਾਂ ਤੂੰ ਕੋਈ ਗੁਰੂ ਧਾਰਨ ਕੀਤਾ ਸੀ? ਉਹ ਬੀਬੀ ਕਹਿੰਦੀ ਬਾਬਾ ਜੀ ਜਦੋਂ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਮੈਂ ਇੱਕ ਗੁਰੂ ਧਾਰਨ ਕੀਤਾ। ਤੇ ਬਾਬਾ ਕਹਿੰਦਾ ਉਹ ਕਿੱਥੇ ਗਿਆ? ਉਹ ਭੈਣ ਕਹਿੰਦੀ ਜੀ ਉਹ ਤੇ ਮਰ ਗਿਆ। ਬਾਬਾ ਕਹਿੰਦਾ ਫੇਰ? ਕਹਿੰਦੀ ਮੈਂ ਥੋੜੀ ਜੀ ਵੱਡੀ ਹੋਈ ਤੇ ਮੈਂ ਫਿਰ ਇੱਕ ਗੁਰੂ ਧਾਰਨ ਕੀਤਾ। ਬਾਬਾ ਕਹਿੰਦਾ ਉਹ ਕਿੱਥੇ ਗਿਆ? ਉਹ ਭੈਣ ਕਹਿੰਦੀ ਜੀ ਉਹ ਵੀ ਮਰ ਗਿਆ। ਬਾਬਾ ਕਹਿੰਦਾ ਫੇਰ? ਕਹਿੰਦੀ ਮੇਰਾ ਵਿਆਹ ਹੋ ਗਿਆ, ਮੇਰਾ ਸਹੁਰਾ ਪਰਿਵਾਰ ਜਿਹੜਾ ਸੀ ਉਹ ਇੱਕ ਗੁਰੂ ਨੂੰ ਮੰਨਦਾ ਸੀ, ਮੈਂ ਉਹ ਗੁਰੂ ਧਾਰਨ ਕਰ ਲਿਆ। ਤੇ ਬਾਬਾ ਕਹਿੰਦਾ ਉਹ ਕਿੱਥੇ ਗਿਆ? ਭੈਣ ਕਹਿੰਦੀ ਉਹ ਵੀ ਮਰ ਗਿਆ। ਤੇ ਬਾਬਾ ਉਸ ਭੈਣ ਨੂੰ ਕਹਿੰਦਾ ਧੀਏ ਪਹਿਲਾਂ ਤੂੰ ਤਿੰਨਾਂ ਜਾਣਿਆਂ ਦਾ ਭੋਗ ਪਾਈ ਹੈ, ਹੁਣ ਮੇਰਾ ਪਾਉਣਾ ਹੈ। ਆ ਮੈਂ ਤੈਨੂੰ ਐਸੇ ਗੁਰੂ ਦੇ ਨਾਲ ਜੋੜ ਦੇਣਾ ਹੈ ਜਿਸ ਗੁਰੂ ਨੇ ਕਦੀ ਮਰਨਾ ਨਹੀਂ। ਉਹ ਗੁਰੂ ਕੌਣ ਹੈ? ਉਹ ਗੁਰੂ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਮਹਾਰਾਜ ਨੇ ਕਿਹਾ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਾਵਨ ਬਾਣੀ ਪੜੋ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਤੇ ਰੱਬ, ਗੁਰੂ ਤੇ ਪਰਮੇਸ਼ਰ ਇੱਕ ਹੀ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਪਹਿਲਾ ਬਚਨ ਕੀਤਾ ਜਿਹੜਾ ਪਰਮਾਤਮਾ ਸਦੀਵੀ ਹੈ, ਜਿਨੇ ਸਦਾ ਰਹਿਣਾ ਹੈ, ਉਹਦੀ ਭਗਤੀ ਕਰ। ਸਾਧ ਸੰਗਤ, ਇਹ ਮਨੁੱਖਾ ਜਨਮ ਜਿਹੜਾ ਹੈ ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਮਿਲਿਆ। ਤਾਈਓ ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਨਾ, ਸਾਲਾਹੀ ਸਾਲਾਹ, ਕਹਿਣ ਤੋਂ ਭਾਵ ਭਾਈ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰ ਜਿਹੜਾ ਅਕਾਲ ਪੁਰਖ ਪਰਮਾਤਮਾ ਸਦੀਵੀ ਹੈ, ਜਿਹਨੇ ਸਦਾ ਇਸ ਸੰਸਾਰ ਦੇ ਵਿੱਚ ਰਹਿਣਾ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ।
ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਏਕੋ ਜਪ ਏਕੋ ਸਾਲਾਹੇ, ਕਹਿੰਦੇ ਇੱਕ ਪਰਮਾਤਮਾ ਨੂੰ ਜਪ, ਇੱਕ ਪਰਮਾਤਮਾ ਦੀ ਭਗਤੀ ਕਰ, ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਸਤਿਗੁਰੂ ਪਾਤਸ਼ਾਹ ਕਹਿੰਦੇ ਭੀ ਸਾਲਾਹੋ ਸਾਚਾ ਸੋਏ, ਜਾਂ ਕੀ ਨਦਰ ਸਦਾ ਸੁਖ ਹੋਏ। ਹੇ ਭਾਈ, ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰ, ਜਿਹਦੀ ਸਿਫਤ ਸਲਾਹ ਕੀਤਿਆਂ ਮਨੁੱਖ ਹਮੇਸ਼ਾ ਸੁਖੀ ਰਹਿੰਦਾ ਹੈ। ਜਿਹਦੀ ਸਿਫਤ ਸਲਾਹ ਕੀਤਿਆਂ ਕਦੀ ਵੀ ਕੋਈ ਦੁੱਖ ਜਿਹੜਾ ਹੈ ਉਹ ਸਾਡੇ ਨੇੜੇ ਨਹੀਂ ਆਉਂਦਾ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਸਦੀਵੀ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਕਰ। ਆਪਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੀਏ ਕਿ ਮਹਾਰਾਜ, ਜੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਆਂ ਤੇ ਸਾਨੂੰ ਕੀ ਪ੍ਰਾਪਤ ਹੋਵੇਗਾ? ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਜੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਸ ਰੱਬ ਦੇ ਘਰ ਦੇ ਵਿੱਚੋਂ ਤੈਨੂੰ ਮਾਣ ਮਿਲੇਗਾ, ਤੈਨੂੰ ਇੱਜ਼ਤ ਮਿਲੇਗੀ, ਤੈਨੂੰ ਵਡਿਆਈ ਮਿਲੇਗੀ। ਸਾਧ ਸੰਗਤ, ਇਹ ਗੱਲ ਸੱਚ ਹੈ। ਜਿਹੜਾ ਰੱਬ ਦੀ ਭਗਤੀ ਕਰਦਾ ਹੈ ਨਾ, ਪਰਮਾਤਮਾ ਦੀ ਭਗਤੀ ਕਰਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਉਸ ਗੁਰਸਿੱਖ ਨੂੰ ਬੜਾ ਹੀ ਸਤਿਕਾਰ ਬਖਸ਼ਿਆ ਏ, ਜਿਹੜਾ ਗੁਰਸਿੱਖ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਬਾਣੀ ਚ ਕਿਹਾ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੈ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਗੁਰੂ ਸਾਹਿਬ ਕਹਿੰਦੇ ਹੋਵੇ ਕੋਈ ਰੱਬ ਦੀ ਭਗਤੀ ਕਰਨ ਵਾਲਾ, ਹੋਵੇ ਕੋਈ ਪਰਮਾਤਮਾ ਦੀ ਭਗਤੀ ਕਰਨ ਵਾਲਾ, ਗੁਰੂ ਸਾਹਿਬ ਕਹਿੰਦੇ ਮੈਂ ਆਪਾ ਭਾਵ ਗਵਾ ਕੇ ਉਹਦੀ ਸੇਵਾ ਕਰਨ ਵਾਸਤੇ ਤਿਆਰ ਹਾਂ। ਪਾਵਨ ਬਾਣੀ ਪੜੋ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਕਿੰਨਾ ਸਤਿਕਾਰ ਦਿੱਤਾ ਮਹਾਰਾਜ ਨੇ ਬਾਣੀ ਦੇ ਵਿੱਚ ਉਹਨਾਂ ਨੂੰ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ। ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ। ਗੁਰੂ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਨਾ ਆ, ਮੈਂ ਬਲਿਹਾਰ ਜਾਨਾ ਆ, ਮੈਂ ਵਾਰਨੇ ਜਾਨਾ ਆ। ਕਿਹਦੇ ਤੋਂ? ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ। ਜਿਹੜੇ ਤੇਰਾ ਨਾਮ ਜਪਦੇ ਨੇ ਪਰਮਾਤਮਾ ਜੀ, ਜਿਹੜੇ ਤੁਹਾਡੀ ਭਗਤੀ ਕਰਦੇ ਨੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਉ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸਾਧ ਸੰਗਤ, ਅਰਦਾਸ ਅਸੀਂ ਵੀ ਕਰਦੇ ਹਾਂ ਗੁਰੂ ਅੱਗੇ ਖਲੋ ਕੇ। ਕੋਈ ਰੱਬ ਦੇ ਕੋਲੋਂ ਧਨ ਮੰਗਦਾ, ਕੋਈ ਰੱਬ ਦੇ ਕੋਲੋਂ ਦੁੱਧ ਪੁੱਤ ਦੀਆਂ ਦਾਤਾਂ ਮੰਗਦਾ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਕਰ ਰਹੇ ਨੇ। ਤੇ ਮਹਾਰਾਜ ਕੀ ਮੰਗ ਰਹੇ ਨੇ? ਮਹਾਰਾਜ ਕਹਿੰਦੇ ਨੇ ਜਿਹੜੇ ਗੁਰਸਿੱਖ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਐਸੇ ਗੁਰਸਿੱਖਾਂ ਦੀ ਚਰਨ ਧੂੜ ਚਾਹੀਦੀ ਏ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜਾ ਆਪ ਰੱਬ ਦੀ ਸਿਫਤ ਸਲਾਹ ਕਰਦਾ ਹੈ ਤੇ ਦੂਸਰਿਆਂ ਨੂੰ ਰੱਬ ਦੀ ਸਿਫਤ ਸਲਾਹ ਕਰਨ ਵਾਸਤੇ ਪ੍ਰੇਰਦਾ ਏ, ਗੁਰੂ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ। ਰਾਜ ਨੇ ਤੇ ਬਾਣੀ ਚ ਕਿਹਾ ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗਾ ਪਾਏ ਜਿਉ। ਹੋਵੇ ਕੋਈ ਗੁਰਸਿੱਖ ਰੱਬ ਦੀ ਭਗਤੀ ਕਰਨ ਵਾਲਾ, ਗੁਰੂ ਸਾਹਿਬ ਕਹਿੰਦੇ ਮੈਂ ਉਹਦੇ ਚਰਨੀ ਲੱਗਣ ਨੂੰ ਤਿਆਰ ਹਾਂ। ਹੁਣ ਸਾਧ ਸੰਗਤ, ਕੱਲਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ ਨਹੀਂ, ਮਹਾਰਾਜ ਨੇ ਪ੍ਰੈਕਟੀਕਲ ਵੀ ਕੀਤਾ। ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਸਾਰੀ ਪ੍ਰੈਕਟੀਕਲ ਹੈ। ਮੈਂ ਇੱਕ ਆਪ ਜੀ ਦੇ ਨਾਲ ਇਤਿਹਾਸਕ ਘਟਨਾ ਸਾਂਝੀ ਕਰਨ ਲੱਗਾ।
ਜੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਨਾ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗਾ ਪਾਏ ਜੀਓ, ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੈ। ਕਹਿੰਦੇ ਕੀ ਹੋਇਆ, ਕਾਬਲ ਦੀ ਸੰਗਤ ਦੇ ਮਨ ਵਿੱਚ ਚਾਹ ਪੈਦਾ ਹੋਇਆ ਕਿ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਸੋਭਾ ਸੁਣੀ ਸੀ, ਬੜੀ ਸਿਫਤ ਸਲਾਹ ਸੁਣੀ ਸੀ। ਭੱਟ ਸਾਹਿਬਾਨ ਕਹਿੰਦੇ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ में बूढ़त थे, कबहू मिट है नहीं रे पछतायो, तत् विचार जह मथुरा जग तारण को अवतार बनायो, जप्यो जिन अर्जन देव गुरु फिर संकट जोन गर्भ ना आयो। ਕਾਬਲ ਦੀ ਸੰਗਤ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਸੁਣੀ, ਵਡਿਆਈ ਸੁਣੀ ਤੇ ਮਨ ਦੇ ਅੰਦਰ ਚਾਹ ਪੈਦਾ ਹੋਇਆ ਕਿ ਕਿਉਂ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਈਏ ਤੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾਈਏ। ਸਾਧ ਸੰਗਤ, ਮੈਂ ਬੇਨਤੀ ਕਰਾਂ, ਭੈਣਾਂ ਦਾ ਤੇ ਵੀਰਾਂ ਦਾ ਇੱਕ ਬਹੁਤ ਵੱਡਾ ਜੱਥਾ ਕਾਬਲ ਦੀ ਧਰਤੀ ਤੋਂ ਚੱਲ ਪਿਆ। ਕਈ ਦਿਨ ਚੱਲਦਿਆਂ ਤੁਰਦਿਆਂ ਉਹ ਜੱਥਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਜਿੱਥੇ ਅੱਜ ਗੁਰਦੁਆਰਾ ਪਿਪਲੀ ਸਾਹਿਬ ਹੈ। ਉਹ ਗੁਰਦੁਆਰਾ ਉਸੇ ਸੰਗਤ ਦੀ ਯਾਦ ਦੇ ਵਿੱਚ ਬਣਿਆ। ਜਦੋਂ ਜੱਥਾ ਇੱਥੇ ਪਹੁੰਚ ਗਿਆ, ਸ਼ਾਮਾਂ ਪੈ ਗਈਆਂ। ਹੁਣ ਸਾਧ ਸੰਗਤ ਸਾਰਿਆਂ ਨੂੰ ਥਕਾਵਟ ਹੋ ਚੁੱਕੀ ਏ, ਭੁੱਖ ਬਹੁਤ ਲੱਗੀ ਏ, ਪਰ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਵੀ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਆਪ ਛਕ ਸਕੇ ਤੇ ਸਾਰੇ ਜੱਥੇ ਨੂੰ ਛਕਾ ਸਕੇ। ਇੰਨੇ ਨੂੰ ਇੱਕ ਪਤੀ ਪਤਨੀ ਉੱਥੇ ਆਉਂਦੇ ਨੇ। ਉਹ ਪਤੀ ਪਤਨੀ ਆ ਕੇ ਜੱਥੇ ਨੂੰ ਪੁੱਛਦੇ ਨੇ, ਤੁਸੀਂ ਕਿੱਥੋਂ ਆਏ ਹੋ? ਕਹਿੰਦੇ, ਅਸੀਂ ਕਾਬਲ ਦੀ ਧਰਤੀ ਤੋਂ ਆਏ ਹਾਂ। ਕਾਦੇ ਵਾਸਤੇ ਆਏ ਹੋ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਤੁਸੀਂ ਪ੍ਰਸ਼ਾਦਾ ਪਾਣੀ ਛਕਿਆ? ਉਹ ਕਹਿੰਦੇ, ਨਹੀਂ, ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ। ਉਹ ਪਤੀ ਪਤਨੀ ਕਹਿੰਦੇ ਨੇ, ਤੁਸੀਂ ਵਿਸ਼ਰਾਮ ਕਰੋ, ਅਸੀਂ ਤੁਹਾਡੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ। ਉਹ ਪਤੀ ਪਤਨੀ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਬੜੇ ਪਿਆਰ ਦੇ ਨਾਲ ਉਹ ਪਤੀ ਪਤਨੀ ਨੇ ਪ੍ਰਸ਼ਾਦਾ ਪਾਣੀ ਜੱਥੇ ਨੂੰ ਛਕਾਇਆ। ਸਾਰੀ ਰਾਤ ਉਹ ਪਤੀ ਪਤਨੀ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ। ਉਹ ਪਤੀ ਪਤਨੀ ਜੱਥੇ ਨੂੰ ਕਹਿੰਦੇ ਨੇ, ਚਲੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਹੁਣ ਸਾਧ ਸੰਗਤ, ਪਤੀ ਪਤਨੀ ਅੱਗੇ ਅੱਗੇ ਹੈ, ਜੱਥਾ ਪਿੱਛੇ ਪਿੱਛੇ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ। ਦਰਸ਼ਨੀ ਦਿਉੜੀ ਦੇ ਬਾਹਰ ਉਹ ਜੱਥੇ ਨੇ ਆਪਣੇ ਜੋੜੇ ਉਤਾਰ ਦਿੱਤੇ। ਪਤੀ ਪਤਨੀ ਕਹਿੰਦੇ ਨੇ, ਅਸੀਂ ਤੁਹਾਡੇ ਜੋੜਿਆਂ ਦੀ ਰਾਖੀ ਕਰਦੇ ਹਾਂ ਤੇ ਤੁਸੀਂ ਅੰਦਰ ਜਾ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰੋ। ਹੁਣ ਸੱਚ ਜਾਣਿਓ, ਉਹ ਜੱਥਾ ਅੰਦਰ ਚਲਿਆ ਗਿਆ। ਪੁੱਛਿਆ ਜਾ ਕੇ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਮਨ ਦੇ ਅੰਦਰ ਬੜੀ ਤਾਂਘ ਹੈ, ਬੜਾ ਉਮਾਹ ਹੈ, ਬੜਾ ਪਿਆਰ ਹੈ। ਸਾਨੂੰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰੀ ਕੀ ਨਿਆਈ, ਤ੍ਰੇਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਜਿਹੜਾ ਗੁਰਸਿੱਖ ਹੁੰਦਾ ਹੈ ਨਾ, ਜਿਹਦਾ ਗੁਰੂ ਨਾਲ ਪਿਆਰ ਹੁੰਦਾ ਹੈ, ਉਹ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦੇ ਤੇ ਅੰਦਰ ਦੀ ਭਾਵਨਾ ਹੁੰਦੀ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬਿਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ। ਭਾਈ ਗੁਰਦਾਸ ਜੀ ਨੂੰ ਪੁੱਛਿਆ, ਗੁਰੂ ਅਰਜਨ ਸਾਹਿਬ ਕਿੱਥੇ ਨੇ? ਭਾਈ ਗੁਰਦਾਸ ਜੀ ਕਹਿੰਦੇ, ਇੱਥੇ ਕਿਤੇ ਹੋਣੇ ਨੇ, ਤੁਸੀਂ ਦੇਖੋ ਤੁਹਾਨੂੰ ਲੱਭ ਜਾਣਗੇ। ਸਾਧ ਸੰਗਤ, ਜਦੋਂ ਕਿਤੇ ਨਜ਼ਰ ਨਾ ਆਏ, ਬਾਬਾ ਬੁੱਢਾ ਜੀ ਨੂੰ ਪੁੱਛਿਆ, ਬਾਬਾ ਬੁੱਢਾ ਜੀ ਦੱਸੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿੱਥੇ ਨੇ? ਤੇ ਸਾਧ ਸੰਗਤ, ਬਾਬਾ ਬੁੱਢਾ ਜੀ ਨੇ ਦੱਸਿਆ। ਬਾਬਾ ਬੁੱਢਾ ਜੀ ਕਹਿੰਦੇ, ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਕਾਬਲ ਦੀ ਧਰਤੀ ਤੋਂ ਅੰਮ੍ਰਿਤਸਰ ਆਏ, ਜਿਸ ਪਤੀ ਪਤਨੀ ਨੇ ਕੱਲ ਸ਼ਾਮੀ ਤੁਹਾਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਾਇਆ, ਜਿਹੜੇ ਪਤੀ ਪਤਨੀ ਸਾਰੀ ਰਾਤ ਤੁਹਾਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ, ਹੁਣ ਜਿਹੜੇ ਪਤੀ ਪਤਨੀ ਬਾਹਰ ਤੁਹਾਡੇ ਜੋੜੇ ਸਾਫ਼ ਕਰਨੇ, ਜੋੜਿਆਂ ਦੀ ਰਾਖੀ ਬੈਠੇ ਨੇ,
सच जाणियो बाबा बुढ़ा जी कहंदे ओ कोई होर नहीं, ओ धन गुरु अर्जन देव सच्चे पातशाह महाराज ते माता गंगा जी हन। ਉਹ ਗੁਰੂ ਅਰਜਨ ਦੇਵ ਮਹਾਰਾਜ ਤੇ ਮਾਤਾ ਗੰਗਾ ਜੀ ਹਨ। ਜਦੋਂ ਕਾਬਲ ਦੀ ਸੰਗਤ ਨੂੰ ਪਤਾ ਲੱਗਾ ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ ਆ, ਅਸੀਂ ਤੇ ਸੋਚਿਆ ਸੀ ਗੁਰੂ ਤਖਤ ਤੇ ਬੈਠਾ ਹੋਵੇਗਾ, ਗੁਰੂ ਦੇ ਦਰਸ਼ਨ ਕਰਾਂਗੇ। ਸਿੱਖ ਨੇ ਗੁਰੂ ਦੇ ਜੋੜੇ ਸਾਫ਼ ਕਰਨੇ ਨੇ, ਪਰ ਗੁਰੂ ਜਿਹੜਾ ਏ ਉਹ ਸਿੱਖ ਦੇ ਜੋੜਿਆਂ ਦੀ ਰਾਖੀ ਬੈਠਾ। ਸੰਗਤ ਦੌੜ ਕੇ ਗਈ, ਅੱਖਾਂ ਅਥਰੂਆਂ ਦੇ ਨਾਲ ਭਰੀਆਂ ਨੇ ਤੇ ਸੱਚ ਜਾਣਿਓ ਸੰਗਤ ਨੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ। ਬਾਬਾ ਬੁੱਢਾ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਚਲੋ ਤਖਤਾਂ ਤੇ ਬਹਿ ਕੇ ਸੰਗਤ ਨੂੰ ਦਰਸ਼ਨ ਦਿਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਸਾਧ ਸੰਗਤ ਇਹਨੂੰ ਕਹਿੰਦੇ ਨੇ ਸਤਕਾਰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜਾ ਰੱਬ ਦੀ ਸਿਫਤ ਸਲਾਹ ਕਰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਪਰਮਾਤਮਾ ਦੇ ਘਰ ਦੇ ਵਿੱਚੋਂ ਉਹਨੂੰ ਮਾਣ ਮਿਲਦਾ ਹੈ, ਉਹਨੂੰ ਇੱਜ਼ਤ ਮਿਲਦੀ ਹੈ, ਉਹਨੂੰ ਵਡਿਆਈ ਮਿਲਦੀ ਹੈ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਬੜਾ ਪਿਆਰਾ ਬਚਨ ਕੀਤਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਮਨ ਵਸੈ। ਭਾਗਾਂ ਵਾਲਿਓ ਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪਰਮਾਤਮਾ ਜਿਹੜਾ ਏ ਉਹਨੇ ਸਾਡੇ ਮਨ ਵਿੱਚ ਵਸਣਾ ਹੈ। ਹੁਣ ਜੇਕਰ ਕੋਈ ਸਿੱਖ ਕਵੇ ਨਾ ਕਿ ਮੈਂ ਸਿੱਧਾ ਰੱਬ ਨੂੰ ਪਾ ਲਵਾਂ, ਸਿੱਧਾ ਪਰਮਾਤਮਾ ਨੂੰ ਪਾ ਲਵਾਂ, ਨਹੀਂ ਭਾਗਾਂ ਵਾਲਿਓ, ਅਸੀਂ ਸਿੱਧੇ ਤੌਰ ਤੇ ਰੱਬ ਨੂੰ ਨਹੀਂ ਪਾ ਸਕਦੇ, ਪਰਮਾਤਮਾ ਨੂੰ ਨਹੀਂ ਪਾ ਸਕਦੇ। ਜੇ ਰੱਬ ਨੂੰ ਪਾਉਣਾ ਹੈ, ਜੇ ਪਰਮਾਤਮਾ ਨੂੰ ਪਾਉਣਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਗੁਰਸਿੱਖਾ ਤੈਨੂੰ ਗੁਰੂ ਦੇ ਨਾਲ ਜੁੜਨਾ ਪਵੇਗਾ। ਕਹਿਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਵੇਖੋ ਸਾਧ ਸੰਗਤ, ਆਪਾਂ ਹਰ ਰੋਜ਼ ਬਚਨ ਪੜ੍ਹਦੇ ਹਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਤੇ ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਉਹਦੀ ਪ੍ਰਾਪਤੀ ਮੜੀਆਂ ਮਸਾਣਾ ਤੇ ਜਾ ਕੇ ਨਹੀਂ ਹੁੰਦੀ, ਕਬਰਾਂ ਤੇ ਜਾ ਕੇ ਨਹੀਂ ਹੁੰਦੀ, ਥਾਂ ਥਾਂ ਤੇ ਭਟਕ ਕੇ ਨਹੀਂ ਹੁੰਦੀ। ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਗੁਰ ਪ੍ਰਸਾਦ। ਉਹ ਜਿਹੜਾ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਤਾਈਓ ਤੇ ਮਹਾਰਾਜ ਨੇ ਬਾਣੀ ਚ ਕਿਹਾ ਨਾ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਤੋਂ ਬਿਨਾ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਗੁਰੂ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਸਾਧ ਸੰਗਤ ਗੁਰੂ ਸਾਹਿਬ ਦੀ ਬਾਣੀ ਪੜੋ। ਇੱਕ ਦੋ ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਵੇਖੋ ਜੀ, ਲੜਕੀ ਤੇ ਲੜਕੇ ਦੇ ਰਿਸ਼ਤੇ ਨੂੰ ਜੋੜਨ ਵਾਲਾ ਇੱਕ ਵਿਚੋਲਾ ਹੁੰਦਾ ਹੈ। ਇਸੇ ਤਰ੍ਹਾਂ ਸਿੱਖ ਤੇ ਰੱਬ ਨੂੰ ਜੋੜਨ ਵਾਲਾ, ਸਿੱਖ ਨੂੰ ਪਰਮਾਤਮਾ ਨਾਲ ਜੋੜਨ ਵਾਲਾ ਵਿਚੋਲਾ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਜਾਂ ਮਹਾਰਾਜ ਨੇ ਬਾਣੀ ਚ ਕਿਹਾ, ਗੁਰ ਮਿਲ ਲੱਧਾ ਜੀ ਮੈਂ RAM ਪਿਆਰਾ RAM। ਕਹਿੰਦੇ ਮੈਨੂੰ ਰੱਬ ਲੱਭ ਗਿਆ, ਮੈਨੂੰ ਪਰਮਾਤਮਾ ਲੱਭ ਗਿਆ। ਕਦੋਂ? ਜਦੋਂ ਮੈਂ ਆਪਣੇ ਗੁਰੂ ਦੇ ਚਰਨੀ ਲੱਗ ਗਿਆ, ਜਦੋਂ ਮੈਂ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਮਨ ਵਸੈ। ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਉਹ ਸਾਡੇ ਮਨ ਵਿੱਚ ਵਸ ਜਾਂਦਾ ਏ। ਹਉਮੈ ਦੂਰ ਕਰੇ। ਤੇ ਭਾਗਾਂ ਵਾਲਿਓ, ਜਿਹੜੀ ਅੰਦਰ ਦੀ ਹਉਮੈ ਹੈ ਨਾ, ਮੈਂ ਮੇਰੀ ਜਿਹੜੀ ਏ, ਹੰਕਾਰ ਜਿਹੜਾ ਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਹਉਮੈ ਤੇ ਹੰਕਾਰ ਖਤਮ ਹੋ ਜਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਪਰਮਾਤਮਾ ਮਨ ਵਿੱਚ ਵਸ ਗਿਆ ਤੇ ਭਾਗਾਂ ਵਾਲਿਓ ਫਿਰ ਗੁਰੂ ਕਿਰਪਾ ਕਰਦਾ ਏ, ਸਾਡੇ ਅੰਦਰੋਂ ਹਉਮੈ ਜਿਹੜੀ ਏ ਉਹ ਖਤਮ ਹੋ ਜਾਂਦੀ ਹੈ। ਸਾਧ ਸੰਗਤ ਮੈਂ ਬੇਨਤੀ ਕਰਾਂ, ਰੱਬ ਦੇ ਵਿੱਚ ਤੇ ਸਾਡੇ ਵਿੱਚ ਜਿਹੜਾ ਸਭ ਤੋਂ ਵੱਡਾ ਵਿਛੋੜੇ ਦਾ ਕਾਰਨ ਹੈ ਨਾ, ਉਹ ਹਉਮੈ ਹੈ, ਉਹ ਹੰਕਾਰ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਮੈਂ ਮੇਰੀ ਨੇ ਮੈਨੂੰ ਜੁਦਾ ਰੱਖਿਆ, ਮੈਂ ਮੇਰੀ ਨੇ ਮੈਨੂੰ ਜੁਦਾ ਰੱਖਿਆ, ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ। ਜੇ ਅਸੀਂ ਰੱਬ ਨਾਲੋਂ ਵਿਛੜੇ ਹੋਏ ਆ ਨਾ,
ਪਰਮਾਤਮਾ ਨਾਲੋਂ ਵਿਛੜੇ ਹੋਏ ਆ, ਜੇ ਸਾਡਾ ਰੱਬ ਨਾਲੋਂ ਵਿਛੋੜਾ ਏ, ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਹਉਮੈ। ਤਾਈਓ ਤੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਨਾ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਭਾਗਾਂ ਵਾਲਿਓ, ਜਿੱਥੇ ਹਉਮੈ ਹੈ ਉਥੇ ਰੱਬ ਨਹੀਂ, ਜਿੱਥੇ ਰੱਬ ਹੈ ਉਥੇ ਹਉਮੈ ਨਹੀਂ। ਹਉਮੈ ਤੇ ਰੱਬ, ਹੰਕਾਰ ਤੇ ਰੱਬ ਕਦੀ ਵੀ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ। ਇਸ ਕਰਕੇ ਜੇ ਸਾਡੇ ਮਨ ਵਿੱਚ ਹਉਮੈ ਹੈ, ਸਾਡੇ ਮਨ ਵਿੱਚ ਹੰਕਾਰ ਹੈ, ਤੇ ਸਾਨੂੰ ਕਦੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਨ ਅਗਮ ਜੈਸੇ ਲਹਿਰ ਮੇ ਉਦਤ, ਜਲ ਕੇਵਲ ਜਲ ਮਾਹੀ। ਮਹਾਰਾਜ ਨੇ ਤੇ ਬਾਣੀ ਚ ਕਿਹਾ, ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ, ਪਾਂ ਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰ ਆਇਓ। ਭਾਗਾਂ ਵਾਲਿਓ, ਬਰੀਕ ਜੀ ਕੰਧ ਹੈ ਹਉਮੈ ਦੀ। ਆਪਾਂ ਦੇਖਦੇ ਨਾ ਆਮ ਕਣਕਾਂ ਦੇ ਵਿੱਚ, ਜੀਰੀਆਂ ਦੇ ਵਿੱਚ ਇੱਕ ਭੰਬੀਰੀ ਹੁੰਦੀ ਹੈ ਜਿਹਦੇ ਪਤਲੇ ਪਤਲੇ ਖੰਭ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰੇ ਵਿੱਚ ਤੇ ਰੱਬ ਦੇ ਵਿੱਚ ਭੰਬੀਰੀ ਦੇ ਖੰਭਾਂ ਜਿੰਨਾ ਪਤਲੀ ਜੀ ਕੰਧ ਹੈ, ਤੇ ਜੇ ਤੂੰ ਉਸ ਕੰਧ ਨੂੰ ਖਤਮ ਕਰ ਦਵੇਂ ਤੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਸਾਧ ਸੰਗਤ, ਮੈਂ ਬੇਨਤੀ ਕਰਾਂ, ਜਦੋਂ ਪਹਿਲੀ ਵਾਰ ਪੀਰ ਬੁੱਧੂ ਸ਼ਾਹ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲਣ ਵਾਸਤੇ ਗਏ ਨਾ, ਸਤਿਗੁਰੂ ਪਾਤਸ਼ਾਹ ਜੀ ਦਾ ਰੂਹਾਨੀਅਤ ਭਰਿਆ ਚਿਹਰਾ ਦੇਖਿਆ, ਤੇ ਪੀਰ ਬੁੱਧੂ ਸ਼ਾਹ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਦਿੱਤਾ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ, ਤੇ ਪੀਰ ਬੁੱਧੂ ਸ਼ਾਹ ਨੇ ਆਪਣੀ ਰਸਨਾ ਤੋਂ ਪਹਿਲਾ ਬਚਨ ਕਿਹਾ, रूह और परमात्मा का मेल कैसे, रूह और परमात्मा का मेल कैसे, भी बंदा रब नूं किद्दां मिल सकदा है। ते गुरु गोबिंद सिंह सच्चे पातशाह महाराज ने उत्तर दिता, दिन और रात का जैसे। हुण पीर जी हैरान रह गए। पीर जी गुरु गोबिंद सिंह सच्चे पातशाह महाराज नूं कहिंदे, महाराज जी मैं तुहानूं पुछ रिहा भी रूह और परमात्मा का मेल कैसे, ते तुसीं कह रहे हो दिन और रात का जैसे। महाराज दिन ते रात मिलदे ही नहीं, जे दिन है ते रात नहीं, जे रात है ते दिन नहीं। गुरु गोबिंद सिंह महाराज कहिंदे, बस इसे तरह पीर जी, जिथे हौमे है उथे रब नहीं, जिथे रब है उथे हौमे नहीं। ते कलगीधर पातशाह महाराज ने बचन कहे सी, महाराज ने कहा सी, हर के खिदमत करत ओ मखदूम शुद्ध, हर के शुद्ध रादीद ओ महरूम शुद्ध। पीर जी जे हौमे हंकार नूं छड्ड के रब दी भगती करोगे ते फिर रब दी प्राप्ति जरूर होवेगी। गुरु अमरदास महाराज कहंदे ने, गुरु दी किरपा दे नाल रब दी प्राप्ति हो गई, ते जदों रब दी प्राप्ति हो गई ते फिर अंदर दी हौमे जिहड़ी है वो खत्म हो गई। अगे सतगुरु पातशाह किरपा करदे ने, एह मन धावत तां रहे जां आपे नदर करे। साध संगत, ये मन बड़ा चंचल है। बाबा कबीर साहब कहंदे, कबीर मन पंखी भयो, उड उड दह दिस जाए, जो जैसी संगत मिले सो तैसो फल काए। यह मन उडर पंखेरू बन का। मैं बेनती करा, ये मन जेड़ा है ना साडा, ये एक थां टिकदा नहीं, ये मन दौड़दा रहिंदा है, हर वेले ये मन उडारियां लाउंदा रहिंदा है। ते धन गुरु अमरदास महाराज कहंदे ने, यह मन धावत तां रहे जां आपे नदर करे। जदों रब दी नदर हो गई, जदों रब दी किरपा हो गई, जदों परमेश्वर दी किरपा हो गई, ये जेड़ा मन दौड़दा है, भागां वालिओ, ये मन जेड़ा है ये वस दे विच आ जांदा है। मन वस आवे नानका, जे पूरन किरपा होए सच जाणिओ। भागां वालिओ, ये मन वस दे विच आ जांदा है जदों परमात्मा दी किरपा हो जांदी है, जदों वाहिगुरू दी किरपा हो जांदी है। गुरु तेग बहादुर महाराज कहंदे, माई मैं धन पायो हर नाम, मन मेरो धामन ते छूटियो, कर बैठो विश्राम। जेड़ा मन दौड़दा सी, जदों मैं रब दी भगती करनी शुरू कर दिती, जदों मैनू नाम दी प्राप्ति हो गई, ये जेड़ा मन सी ये मेरे वस दे विच आ गया। मन जीतै जग जीत। जिन्हें मन नू जित लिया उन्हें जग नू जित लिया। पर मन किद्दां जित्तिया जाना है? मन जित्तिया जाना है परमात्मा दी किरपा दे नाल, वाहिगुरू दी किरपा दे नाल। हुण वेखो साध संगत,
ਇਹ ਜਿਹੜਾ ਬਚਨ ਹੈ ਨਾ, ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ। ਗੁਰੂ ਬਣਨ ਤੋਂ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ 20 ਸਾਲ ਹਰਿਦੁਆਰ ਦੀ ਯਾਤਰਾ ਕਰਦੇ ਰਹੇ। 20 ਸਾਲ ਭਾਗਾਂ ਵਾਲਿਓ, 20 ਸਾਲ ਮਨ ਭਟਕਦਾ ਰਿਹਾ, ਮਨ ਨੂੰ ਚੈਨ ਨਹੀਂ ਆਇਆ, ਮਨ ਨੂੰ ਸ਼ਾਂਤੀ ਨਹੀਂ ਆਈ। ਤੇ ਇੱਕ ਦਿਨ ਕੀ ਹੋਇਆ, ਅੰਮ੍ਰਿਤ ਵੇਲੇ ਆਪਣੀ ਭਤੀਜ ਨੌ ਬੀਬੀ ਅਮਰੋ ਪਾਸੋਂ ਗੁਰਬਾਣੀ ਦਾ ਇੱਕ ਸ਼ਬਦ ਸੁਣਿਆ, ਤੇ ਜਿਹੜਾ ਮਨ ਦੌੜਦਾ ਸੀ, ਜਿਹੜਾ ਮਨ ਭਟਕਦਾ ਸੀ, ਸੱਚ ਜਾਣਿਓ ਭਾਗਾਂ ਵਾਲਿਓ, ਉਹ ਮਨ ਵਸ ਦੇ ਵਿੱਚ ਆ ਗਿਆ। ਉਹ ਬਚਨ ਕਿਹੜੇ ਸਨ? ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਉ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਾਲੀ ਰੈਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਣ ਗੁਣੀ, ਕਾਇਆ ਆਇਰਣ ਮਨ ਵਿੱਚ ਲੋਹਾ, ਪੰਚ ਅਗਣ ਤਿਸ ਲਾਗ ਰਹੇ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਏ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਸਦੇਹਾ। ਜਿਹੜਾ ਮਨ ਦੌੜਦਾ ਸੀ, ਅੱਜ ਉਹ ਮਨ ਕਾਬੂ ਦੇ ਵਿੱਚ ਆ ਗਿਆ। ਕਿੱਦਾਂ ਕਾਬੂ ਦੇ ਵਿੱਚ ਆ ਗਿਆ? ਜਦੋਂ ਰੱਬ ਦੀ ਕਿਰਪਾ ਹੋ ਗਈ, ਜਦੋਂ ਪਰਮਾਤਮਾ ਦੀ ਕਿਰਪਾ ਹੋ ਗਈ। ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹੇ ਭਾਈ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪਰਮਾਤਮਾ ਦੀ ਭਗਤੀ ਕਰੋ, ਪਰਮਾਤਮਾ ਦੀ ਬੰਦਗੀ ਕਰੋ। ਸਾਧ ਸੰਗਤ, ਤੇ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ? ਇਹ ਮਨੁੱਖਾ ਜਨਮ ਰੱਬ ਦੀ ਭਗਤੀ ਕਰਨ ਵਾਸਤੇ ਮਿਲਿਆ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ, ਜਿਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਅਸੀਂ ਕੀ ਕਰਨ ਵਾਸਤੇ ਆਏ ਆ ਇਸ ਸੰਸਾਰ ਦੇ ਵਿੱਚ? ਸਾਡਾ ਕਾਰਜ ਕੀ ਹੈ? ਸਾਡਾ ਕੰਮ ਕਿਹੜਾ ਹੈ? ਸਾਡਾ ਮਨੋਰਥ ਕੀ ਹੈ? ਸਾਡਾ ਏਮ ਕੀ ਹੈ? ਸਾਡਾ ਏਮ ਹੈ ਰੱਬ ਦੀ ਪ੍ਰਾਪਤੀ ਕਰਨੀ, ਪਰਮਾਤਮਾ ਦੀ ਪ੍ਰਾਪਤੀ ਕਰਨੀ। ਤੇ ਗੁਰੂ ਸਾਹਿਬ ਕਹਿੰਦੇ ਨੇ, ਆਪਣਾ ਮਨੋਰਥ ਪਛਾਣ, ਜਿਹੜਾ ਕਾਰਜ ਕਰਨ ਵਾਸਤੇ ਤੂੰ ਇਸ ਸੰਸਾਰ ਦੇ ਵਿੱਚ ਆਇਆ, ਬੰਦਿਆ ਆਪਣਾ ਕਾਰਜ ਕਰ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਨਾਮ ਜਪਣ ਵਾਸਤੇ ਸੰਸਾਰ ਦੇ ਵਿੱਚ ਆਇਆ, ਜੇ ਨਾਮ ਜਪੇਗਾ ਤੇ ਫਿਰ ਤੇਰਾ ਕਾਰਜ ਜਿਹੜਾ ਹੈ ਉਹ ਪੂਰਾ ਹੋਵੇਗਾ। ਮਹਾਰਾਜ ਨੇ ਬਾਣੀ ਚ ਕਿਹਾ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਇਹ ਕੰਮ ਕਰਨ ਵਾਸਤੇ ਤੂੰ ਇਸ ਸੰਸਾਰ ਦੇ ਵਿੱਚ ਆਇਆ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੈ ਹਰ ਗਾਈਐ। ਗੁਰੂ ਸਾਹਿਬ ਕਹਿੰਦੇ, ਹਰ ਵੇਲੇ ਉਸ ਰੱਬ ਦੀ ਭਗਤੀ ਕਰ। ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਦਿਨ ਤੇ ਰਾਤ 24 ਘੰਟੇ ਉਸ ਪਰਮਾਤਮਾ ਨੂੰ ਚੇਤੇ ਕਰ, ਪਰਮਾਤਮਾ ਦੀ ਭਗਤੀ ਕਰ। ਮਹਾਰਾਜ ਕਹਿੰਦੇ, ਭਗਤੀ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਇਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਧਿਆ, ਉਸ ਪਰਮਾਤਮਾ ਦੀ ਭਗਤੀ ਕਰ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ ਰਹਾਉ। ਸਾਧ ਸੰਗਤ, ਗੁਰੂ ਸਾਹਿਬ ਰਹਾਉ ਵਾਲੇ ਬੰਦ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ। ਵੇਖੋ ਜੀ, ਸਭ ਤੋਂ ਕੀਮਤੀ ਵਸਤੂ ਹੈ ਪਰਮਾਤਮਾ ਦਾ ਨਾਮ। ਮਹਾਰਾਜ ਨੇ ਕਿਹਾ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਨਾਮ ਦੇ ਬਰਾਬਰ ਕੁਝ ਨਹੀਂ। ਭਾਗਾਂ ਵਾਲਿਓ, ਨਾਮ ਤੋਂ ਸਾਰਾ ਕੁਝ ਥੱਲੇ ਹੈ, ਨਾਮ ਸਭ ਤੋਂ ਸਿਰਮੌਰ ਹੈ, ਨਾਮ ਸਭ ਤੋਂ ਉੱਤੇ ਹੈ। ਪਾਤਸ਼ਾਹ ਕਹਿੰਦੇ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਨਾਮ ਸਭ ਤੋਂ ਉੱਪਰ ਹੈ, ਪਰ ਕੋਈ ਵਿਰਲਾ ਹੀ ਗੁਰਮੁਖ ਹੈ ਜਿਹੜਾ ਇਸ ਨਾਮ ਦੀ ਪ੍ਰਾਪਤੀ ਕਰਦਾ ਹੈ। ਹੁਣ ਨਾਮ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਮਹਾਰਾਜ ਕਹਿੰਦੇ, ਨਾਮ ਅਮੋਲਕ ਰਤਨ ਹੈ। ਨਾਮ ਬੜਾ ਕੀਮਤੀ ਰਤਨ ਹੈ, ਨਾਮ ਬੜਾ ਕੀਮਤੀ ਖਜ਼ਾਨਾ ਹੈ। ਤੇ ਇਹਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਇਹਦੀ ਪ੍ਰਾਪਤੀ ਜਿਹੜੀ ਹੈ ਉਹ ਪੂਰੇ ਸਤਿਗੁਰ ਦੇ ਕੋਲ ਆ ਕੇ ਹੋਣੀ।
ਨਾਮ ਦੀ ਜਿਹੜੀ ਪ੍ਰਾਪਤੀ ਏ ਉਹ ਪੂਰੇ ਸਤਿਗੁਰ ਦੇ ਕੋਲ ਆ ਕੇ ਹੋਣੀ ਹੈ। ਤਾਂ ਹੀ ਉੱਤੇ ਮਹਾਰਾਜ ਨੇ ਕਿਹਾ ਨਾ, ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਤੇ ਕੇਵਲ ਨਾਮ ਦੀ ਗੱਲ ਹੈ, ਕੇਵਲ ਤੇ ਕੇਵਲ ਵਾਹਿਗੁਰੂ ਦੀ ਇਬਾਦਤ ਦੀ ਗੱਲ ਹੈ। ਤੇ ਗੁਰੂ ਸਾਹਿਬ ਕਹਿੰਦੇ ਨਾਮ ਨਿਧਾਨ ਸਦ ਮਨ ਵਸੈ। ਜਦੋਂ ਨਾਮ ਰੂਪੀ ਖਜ਼ਾਨਾ ਸਾਡੇ ਮਨ ਦੇ ਵਿੱਚ ਵਸ ਗਿਆ, ਵਾਹਿਗੁਰੂ ਦੀ ਕਿਰਪਾ ਦੇ ਨਾਮ ਨਾਲ ਨਾਮ ਜਿਹੜਾ ਸਾਡੇ ਹਿਰਦੇ ਵਿੱਚ ਵਸ ਗਿਆ, ਮਹਾਰਾਜ ਕਹਿੰਦੇ ਮਹਿਲੀ ਪਾਵੈ ਥਾਉ, ਫਿਰ ਉਹਨੂੰ ਰੱਬ ਦੇ ਘਰ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ। ਜਿਉਂਦੇ ਜੀ ਵੀ ਉਹਨੂੰ ਰੱਬ ਦੇ ਘਰ ਵਿੱਚ ਜਗ੍ਹਾ ਮਿਲ ਜਾਂਦੀ ਏ ਤੇ ਮਰਨ ਤੋਂ ਬਾਅਦ ਵੀ ਉਹਨੂੰ ਰੱਬ ਦੇ ਘਰ ਵਿੱਚ ਜਗ੍ਹਾ ਮਿਲ ਜਾਂਦੀ ਏ। ਜਿਹੜਾ ਬੰਦਾ ਰੱਬ ਦੀ ਭਗਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਮੈਂ ਬੇਨਤੀ ਕਰਾਂ ਜਿਉਂਦੇ ਜੀ ਵੀ ਖੁਆਰ ਹੁੰਦਾ ਏ ਤੇ ਮਰਨ ਤੋਂ ਬਾਅਦ ਵੀ ਉਹ ਖੁਆਰ ਹੁੰਦਾ ਏ। ਪਰ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਏ, ਗੁਰੂ ਸਾਹਿਬ ਕਹਿੰਦੇ ਮਹਿਲੀ ਪਾਵੈ ਥਾਉ, ਫਿਰ ਉਹਨੂੰ ਰੱਬ ਦੇ ਘਰ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਜਗ੍ਹਾ ਮਿਲ ਜਾਂਦੀ ਏ। ਰੱਬ ਸਾਡੇ ਹਿਰਦੇ ਵਿੱਚ ਰਹਿੰਦਾ ਏ, ਪਰਮਾਤਮਾ ਸਾਡੇ ਹਿਰਦੇ ਵਿੱਚ ਰਹਿੰਦਾ ਏ। ਉਹ ਆਪਣੀਆਂ ਨਜ਼ਰਾਂ ਦੇ ਵਿੱਚ ਹੀ ਪ੍ਰਵਾਨ ਹੋ ਜਾਂਦਾ ਏ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਮਨ ਮੁਖ ਮਨ ਤਨ ਅੰਧ ਹੈ, ਤਿਸ ਠੌਰ ਨਾ ਠਾਉ। ਸਾਧ ਸੰਗਤ, ਗੁਰਮੁਖ ਤੇ ਮਨਮੁਖ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਏ ਨੇ। ਗੁਰਮੁਖ ਉਹ ਹੈ ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰਦਾ ਹੈ, ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਇਤ ਮਾਰਗ ਚੱਲੇ ਭਾਈੜੇ, ਗੁਰ ਕਹੈ ਸਾਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਤੇ ਮਨਮੁਖ ਕੌਣ ਹੈ? ਮਨਮੁਖ ਉਹ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਕੰਮ ਕਰਦਾ ਹੈ, ਜਿਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ, ਇਹ ਮਨਮੁਖ ਕਾ ਆਚਾਰ। ਮਨਮੁਖ ਕੌਣ ਹੈ? ਜਿਹੜਾ ਗੁਰੂ ਘਰ ਨਹੀਂ ਆਉਂਦਾ, ਜਿਹੜਾ ਬਾਣੀ ਨਹੀਂ ਪੜ੍ਹਦਾ, ਰੱਬ ਦੀ ਭਗਤੀ ਨਹੀਂ ਕਰਦਾ, ਚੰਗੇ ਕੰਮ ਨਹੀਂ ਕਰਦਾ, ਜਿਹੜਾ ਸਾਰੀ ਜ਼ਿੰਦਗੀ ਮਾੜੇ ਕੰਮ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਜਿਹੜਾ ਮਨਮੁਖ ਮਨੁੱਖ ਹੈ, ਮਨਮੁਖ ਮਨ ਤਨ ਅੰਧ ਹੈ। ਮਨਮੁਖ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਫਿਰਦਾ ਹੈ। ਕੱਲਾ ਉਹਦਾ ਮਨ ਹੀ ਮਾਇਆ ਦੇ ਮੋਹ ਵਿੱਚ ਅੰਨਾ ਨਹੀਂ ਹੋਇਆ, ਮਹਾਰਾਜ ਕਹਿੰਦੇ ਉਹਦਾ ਤਨ ਵੀ ਜਿਹੜਾ ਹੈ ਉਹ ਅੰਨਾ ਹੋ ਚੁੱਕਾ ਹੈ। ਉਹਦੀਆਂ ਅੱਖਾਂ ਚੰਗਾ ਨਹੀਂ ਵੇਖਦੀਆਂ, ਉਹਦੇ ਕੰਨ ਜਿਹੜੇ ਨੇ ਉਹ ਚੰਗਾ ਨਹੀਂ ਸੁਣਦੇ, ਉਹ ਆਪਣੇ ਹੱਥਾਂ ਪੈਰਾਂ ਦੇ ਨਾਲ ਹਮੇਸ਼ਾ ਹੀ ਮਾੜੇ ਕੰਮ ਕਰਦਾ ਏ। ਤਿਸ ਠੌਰ ਨਾ ਠਾਉ, ਤੇ ਸੱਚ ਜਾਣਿਓ ਭਾਗਾਂ ਵਾਲਿਓ, ਐਸੇ ਮਨਮੁਖ ਮਨੁੱਖ ਨੂੰ ਸੰਸਾਰ ਦੇ ਵਿੱਚ ਕਿਤੇ ਵੀ ਕੋਈ ਥਾਂ ਟਿਕਾਣਾ ਨਹੀਂ ਮਿਲਦਾ, ਭਾਵ ਉਹਨੂੰ ਕੋਈ ਵੀ ਮੂੰਹ ਨਹੀਂ ਲਾਉਂਦਾ। ਸਤਿਗੁਰੂ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਬਹੁ ਜੋਨੀ ਭੌਂਦਾ ਫਿਰੈ ਜਿਉ ਸੁਣੈ ਘਰ ਕਾਉ। ਬੜਾ ਪਿਆਰਾ ਬਚਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤਾ। ਮਹਾਰਾਜ ਕਹਿੰਦੇ ਬਹੁ ਜੋਨੀ ਭੌਂਦਾ ਫਿਰੈ ਜਿਉ ਸੁਣੈ ਘਰ ਕਾਉ। ਸੱਚ ਜਾਣਿਓ ਭਾਗਾਂ ਵਾਲਿਓ, ਜਿਹੜਾ ਮਨਮੁਖ ਮਨੁੱਖ ਹੈ ਨਾ, ਮਾਇਆ ਦੇ ਮੋਹ ਵਿੱਚ ਪੈ ਕੇ ਦਰ ਦਰ ਦੇ ਉੱਤੇ ਭਟਕਦਾ ਫਿਰਦਾ ਹੈ ਆਤਮਿਕ ਸ਼ਾਂਤੀ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਸੁਣਨੇ ਘਰ ਦੇ ਵਿੱਚ ਕਾਂ ਨੂੰ ਕੁਝ ਪ੍ਰਾਪਤ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਜਿਹੜਾ ਮਨਮੁਖ ਮਨੁੱਖ ਹੈ ਆਤਮਿਕ ਸ਼ਾਂਤੀ ਵਾਸਤੇ ਥਾਂ ਥਾਂ ਦੇ ਉੱਤੇ ਭਟਕਦਾ ਫਿਰਦਾ ਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਣਨੇ ਘਰ ਦੇ ਵਿੱਚ ਜਿੱਦਾਂ ਕਾਂ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ, ਇਸੇ ਤਰ੍ਹਾਂ ਉਸ ਮਨਮੁਖ ਮਨੁੱਖ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਸਾਧ ਸੰਗਤ, ਜਦੋਂ ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਮੇਰੇ ਹਿਰਦੇ ਘਰ ਦੇ ਵਿੱਚ ਚਾਨਣ ਹੋ ਗਿਆ। ਸਾਧ ਸੰਗਤ ਵੇਖੋ, ਇੱਕ ਹਨੇਰਾ ਬਾਹਰ ਹੈ, ਇੱਕ ਹਨੇਰਾ ਸਾਡੇ ਅੰਦਰ ਹੈ। ਜਿਹੜਾ ਬਾਹਰ ਦਾ ਹਨੇਰਾ ਹੈ ਨਾ, ਉਹਨੇ ਦੀਵੇ ਨਾਲ ਖਤਮ ਹੋ ਜਾਣਾ ਹੈ, ਲਾਈਟ ਦੇ ਨਾਲ ਖਤਮ ਹੋ ਜਾਣਾ ਹੈ। ਪਰ ਜਿਹੜਾ ਅੰਦਰ ਦਾ ਹਨੇਰਾ ਹੈ ਨਾ, ਉਹਨੇ ਦੀਵੇ ਦੇ ਨਾਲ ਖਤਮ ਨਹੀਂ ਹੋਣਾ। ਅੰਦਰ ਦਾ ਹਨੇਰਾ ਕਿੱਦਾਂ ਖਤਮ ਹੋਣਾ ਹੈ? ਅੰਦਰ ਦਾ ਹਨੇਰਾ ਗੁਰੂ ਦੇ ਗਿਆਨ ਨਾਲ ਖਤਮ ਹੋਣਾ ਹੈ। ਜਿਹਨੂੰ ਬਾਬਾ ਜੀ ਨੇ ਕਿਹਾ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਿਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁਲੀ ਅਨੂਪਾ। ਜਦੋਂ ਸਿੱਖ ਗੁਰਮਤ ਨੂੰ ਧਾਰਨ ਕਰਦਾ ਏ,
ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਗੁਰੂ ਦੀ ਸਿੱਖਿਆ ਤੇ ਚੱਲਦਾ ਹੈ। ਮਹਾਰਾਜ ਕਹਿੰਦੇ ਗੁਰਮਤੀ ਘਟ ਚਾਨਣਾ, ਗੁਰੂ ਦੀ ਮੱਤ ਦੇ ਨਾਲ ਜਦੋਂ ਹਿਰਦੇ ਘਰ ਦੇ ਵਿੱਚ ਚਾਨਣਾ ਹੋ ਜਾਂਦਾ ਏ, ਸ਼ਬਦ ਮਿਲੈ ਹਰ ਨਾਉ, ਫਿਰ ਸ਼ਬਦ ਦੀ ਕਿਰਪਾ ਦੇ ਨਾਲ ਉਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਜਿਹੜੀ ਹੈ ਉਹ ਪ੍ਰਾਪਤੀ ਹੋ ਜਾਂਦੀ ਹੈ। ਅੱਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ, ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਮਾਇਆ ਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਮਹਾਰਾਜ ਕਹਿੰਦੇ ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਤੇ ਮਨੁੱਖ ਜਿਹੜਾ ਹੈ ਮਾਇਆ ਦੇ ਇਹਨਾਂ 3 ਗੁਣਾਂ ਦੇ ਵਿੱਚ ਅੰਨਾ ਹੋਇਆ ਫਿਰਦਾ ਹੈ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ, ਤੇ ਚਾਰੇ ਪਾਸੇ ਮਾਇਆ ਦਾ ਹਨੇਰਾ ਜਿਹੜਾ ਹੈ ਉਹ ਪਸਰਿਆ ਹੋਇਆ ਹੈ। ਲੋਭੀ ਅੰਨ ਕੋ ਸੇਮ ਦੇ, ਪੜ ਵੇਦਾਂ ਕਰੈ ਪੁਕਾਰ। ਮਹਾਰਾਜ ਕਹਿੰਦੇ ਜਿਹੜਾ ਲੋਭੀ ਮਨੁੱਖ ਹੈ ਨਾ, ਲੋਭੀ ਮਨੁੱਖ, ਲੋਭੀ ਕੌਣ ਹੈ? ਭਾਗਾਂ ਵਾਲਿਓ, ਜਿਹਦੇ ਅੰਦਰ ਮਾਇਆ ਦੀ ਲਾਲਸਾ ਹੈ, ਜਿਹਦੇ ਅੰਦਰ ਮਾਇਆ ਦਾ ਲੋਭ ਹੈ, ਜਿਹੜਾ ਆਪ ਪ੍ਰਾਪਤ ਵਸਤੂ ਨੂੰ ਕਿਸੇ ਵੀ ਢੰਗ ਦੇ ਨਾਲ ਪ੍ਰਾਪਤ ਕਰਦਾ ਹੈ, ਉਹਨੂੰ ਲੋਭੀ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਜਿਹੜਾ ਐਸਾ ਲੋਭੀ ਮਨੁੱਖ ਹੈ, ਜਿਹੜਾ ਰੱਬ ਨਾਲੋਂ ਟੁੱਟਾ ਹੋਇਆ ਹੈ, ਤ੍ਰੈ ਗੁਣ, ਮਾਇਆ ਦੇ 3 ਗੁਣਾਂ ਦੇ ਵਿੱਚ ਫਸਿਆ ਹੋਇਆ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਲੋਭੀ ਅੰਨ ਕੋ ਸੇਮ ਦੇ, ਪੜ ਵੇਦਾਂ ਕਰੈ ਪੁਕਾਰ। ਜਿਹੜਾ ਲੋਭੀ ਮਨੁੱਖ ਹੈ ਉਹ ਵੇਦ ਪੜ ਪੜ ਕੇ ਦੂਜਿਆਂ ਨੂੰ ਤੇ ਜਿਹੜਾ ਹੈ ਉਹ ਗਿਆਨ ਦਿੰਦਾ ਹੈ, ਦੂਜਿਆਂ ਨੂੰ ਤੇ ਮੱਤ ਦਿੰਦਾ ਹੈ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਪ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਉਹ ਆਪ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ, ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨਾ ਪਾਰ। ਵਿਖਿਆ ਅੰਦਰ ਪਚ ਮੂਏ, ਜਿਹੜੇ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਮੌਤੇ ਮਰੇ ਹੋਏ ਨੇ, ਮਹਾਰਾਜ ਕਹਿੰਦੇ ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਬੰਨਾ ਦਿਸਦਾ ਏ ਤੇ ਨਾ ਉਹਨਾਂ ਨੂੰ ਪਾਰਲਾ ਬੰਨਾ ਦਿਸਦਾ ਏ। ਭਾਵ ਵਿਖਿਆ ਅੰਦਰ, ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਨੇ, ਮਾਇਆ ਦੇ 3 ਗੁਣਾਂ ਦੇ ਵਿੱਚ ਫਸੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਪਚ ਮੂਏ, ਉਹ ਆਤਮਿਕ ਮੌਤੇ ਮਰੇ ਹੋਏ ਨੇ। ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਬੰਨਾ ਨਜ਼ਰ ਆਉਂਦਾ ਹੈ, ਨਾ ਉਹਨਾਂ ਨੂੰ ਪਰਲਾ ਬੰਨਾ ਨਜ਼ਰ ਆਉਂਦਾ ਹੈ। ਵੇਖੋ ਭਾਗਾਂ ਵਾਲਿਓ, ਜਿਉਂਦਾ ਉਹ ਹੈ ਜਿਹੜਾ ਰੱਬ ਦੀ ਭਗਤੀ ਕਰਦਾ ਏ, ਤੇ ਜਿਹੜਾ ਰੱਬ ਦੀ ਭਗਤੀ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹ ਆਤਮਿਕ ਮੌਤੇ ਮਰਿਆ ਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਪਾਲ। ਜਗਤ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਅਕਾਲ ਪੁਰਖ ਪਰਮਾਤਮਾ। ਸਤਿਗੁਰੂ ਪਾਤਸ਼ਾਹ ਕਹਿੰਦੇ ਐ ਮਨੁੱਖ, ਤੂੰ ਮੋਹ ਮਾਇਆ ਦੇ ਵਿੱਚ ਫਸ ਕੇ ਉਹ ਜਗਤ ਦੀ ਪ੍ਰਤਪਾਲਣਾ ਕਰਨ ਵਾਲਾ ਪਰਮਾਤਮਾ ਜਿਹੜਾ ਹੈ ਉਹਨੂੰ ਤੂੰ ਵਿਸਾਰ ਦਿੱਤਾ ਹੈ। ਬਾਝੋਂ ਗੁਰੂ ਅਚੇਤ ਹੈ, ਸਭ ਬੱਧੀ ਜਮ ਕਾਲ। ਬਾਝੋਂ ਗੁਰੂ ਅਚੇਤ ਹੈ। ਮੈਂ ਬੇਨਤੀ ਕਰਾਂ, ਗੁਰੂ ਦੀ ਸਿੱਖਿਆ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੇ ਉਪਦੇਸ਼ ਤੋਂ ਬਿਨਾ, ਗੁਰੂ ਦੀ ਮੱਤ ਤੋਂ ਬਿਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਲੁਕਾਈ ਹੈ ਇਹ ਗਾਫਲ ਹੋਈ ਫਿਰਦੀ ਹੈ। ਮਹਾਰਾਜ ਦੀ ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ ਅਗਨ, कटे सब तेरे। गुर नैन बैन गुर गुर करो, गुरु सत कव नल कह। जिन गुरु ना देखियो नेह कियो ते अक्याथ। संसार में गुरु अमरदास महाराज कहते बाजों गुरु अचेत है। गुरु दे ज्ञान तो बिना मनुख अज्ञानी है, गाफल है, पागल होया फिरदा है। सब बद्दी जम काल ते जमा ने समुची लुकाई नूं जेड़ा है वो जकड़िया होया है। ते अंतली पंक्ति दे विच गुरु अमरदास महाराज कहंदे ने नानक गुरमत उबरे सच्चा नाम संभाल। ये शब्द दी अंतली पंक्ति है। ते गुरु अमरदास महाराज कृपा करदे ने जेड़े जमकाल ने जिस माया ने समुची लुकाई नूं जकड़िया होया है। गुरु अमरदास महाराज कहंदे नानक गुरमत उबरे सच्चा नाम संभाल। हे भाई गुरु दी सिक्ख्या ते चल के
ਜੇ ਤੂੰ ਸੱਚੇ ਨਾਮ ਦੀ ਸੰਭਾਲ ਕਰੇਗਾ, ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਵੇਂਗਾ, ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਜਮਾ ਤੋਂ ਬਚ ਜਾਵੇਂਗਾ, ਮੋਹ ਮਾਇਆ ਤੋਂ ਬਚ ਜਾਵੇਂਗਾ, ਤੇ ਜਿਉਂਦੇ ਜੀ ਤੇਰਾ ਜਿਹੜਾ ਹੈ ਉਹ ਉਦਾਰ ਹੋ ਜਾਵੇਗਾ। ਸਾਧ ਸੰਗਤ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਇਸ ਪੂਰੇ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਜੇ ਰੱਬ ਦੀ ਭਗਤੀ ਕਰੇਗਾ, ਵਿਸ਼ੇ ਵਿਕਾਰਾਂ ਤੋਂ ਬਚ ਜਾਵੇਂਗਾ, ਮੋਹ ਮਾਇਆ ਤੋਂ ਬਚ ਜਾਵੇਂਗਾ, ਤੇਰਾ ਜੀਵਨ ਸੁੱਖਾਂ ਵਾਲਾ ਬਣ ਜਾਵੇਗਾ, ਤੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ। ਸੋ ਸਾਧ ਸੰਗਤ, ਕਥਾ ਦੀ ਸਮਾਪਤੀ ਹੈ। ਕਥਾ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਸੀਸ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਆਪ ਕਥਾ ਕਰਵਾਈਏ। ਸਭ ਤੋਂ ਵੱਡਾ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ, ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ, ਕਥਾ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।